ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਰੂਸ ਦਾ ਟਰੂਡੋ ਖਿਲਾਫ ਵੱਡਾ ਐਕਸ਼ਨ। ਰੂਸ ਨੇ ਜਸਟਿਨ ਟਰੂਡੋ ਤੇ ਲਗਾਈ ਰੋਕ। ਇਮੀਗ੍ਰੇਸ਼ਨ ਬਾਰੇ ਆਈ ਖੁਸ਼ਖਬਰੀ। 1 ਮਹੀਨੇ ਵਿੱਚ 35,000 ਦਾ ਸਵਾਗਤ। ਘਰਾਂ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਰਿਕਾਰਡ। ਫਰਵਰੀ ਮਹੀਨੇ ਦੌਰਾਨ ਹੋਈ ਰਿਕਾਰਡ ਤੋੜ ਸੇਲ। ਕੈਨੇਡਾ ਦੀ ਪਾਰਲੀਮੈਂਟ ਵਿੱਚ ਬੋਲੇ ਯੂਕਰੇਨੀ ਰਾਸ਼ਟਰਪਤੀ। ਕੈਨੇਡਾ ਦੀ ਪਾਰਲੀਮੈਂਟ ਵਿੱਚ ਰੱਖੀ ਖਾਸ ਮੰਗ। 10 ਸਾਲ ਦੀ ਬੱਚੀ ਦੇ ਉੱਪਰ ਦਿਨ ਦਿਹਾੜੇ ਹਮਲਾ। ਪੁਲਿਸ ਨੇ ਗ੍ਰਿਫਤਾਰ ਕੀਤਾ ਵਿਅਕਤੀ। ਰੂਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਐਕਸ਼ਨ ਲਿਆ ਗਿਆ। ਅੱਜ ਰਸ਼ੀਆ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਹੋਰ ਮੈਂਬਰ ਪਾਰਲੀਮੈਂਟ ਅਤੇ ਡਿਫੈਂਸ ਮੰਤਰੀ ਵਾਸਤੇ ਵੀ ਅਜਿਹਾ ਕਦਮ ਚੁੱਕਿਆ ਗਿਆ। ਰਸ਼ੀਆ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 313 ਕੈਨੇਡੀਅਨਸ ਦੇ ਉੱਪਰ ਦਾਖਲੇ ਸੰਬੰਧੀ ਰੋਕ ਲਗਾਈ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਸ਼ੀਆ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੈਨ ਕਰ ਦਿੱਤਾ ਗਿਆ। ਜੀ ਹਾਂ, ਰਸ਼ੀਆ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ 313 ਕੈਨੇਡੀਅਨਸ ਦੇ ਉੱਪਰ ਰਸ਼ੀਆ ਵਿੱਚ ਦਾਖਲੇ ਸੰਬੰਧੀ ਰੋਕ ਲਗਾਈ ਜਾ ਰਹੀ ਹੈ। ਰਸ਼ੀਆ ਦੇ ਫੋਰਨ ਮਿਨਿਸਟਰੀ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਰਸ਼ੀਆ ਵਿੱਚ ਦਾਖਲੇ ਸੰਬੰਧੀ ਰੋਕ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਇਹ ਐਲਾਨ ਉਸ ਸਮੇਂ ਹੋਇਆ ਜਦੋਂ ਹਾਊਸ ਆਫ ਕਾਮਨਸ ਵਿੱਚ ਅੱਜ ਯੂਕਰੇਨ ਦੇ ਰਾਸ਼ਟਰਪਤੀ ਬੋਲੇ ਨੇ। ਇੱਥੇ ਉਹਨਾਂ ਵੱਲੋਂ ਹਾਊਸ ਆਫ ਕਾਮਨਸ ਵਿੱਚ ਬੋਲਦਿਆਂ ਇਹ ਮੰਗ ਕੀਤੀ ਗਈ ਕਿ ਨਾਟੋ ਯੂਕਰੇਨ ਦੇ ਉੱਪਰ ਨੋ ਫਲਾਈ ਜ਼ੋਨ ਏਰੀਆ ਐਲਾਨ ਕਰੇ। ਇਸ ਤੋਂ ਕੁਝ ਸਮੇਂ ਬਾਅਦ ਹੀ ਰਸ਼ੀਆ ਵੱਲੋਂ ਐਲਾਨ ਕਰਦਿਆਂ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਦੇਸ਼ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਹੁਣ 313 ਕੈਨੇਡੀਅਨਸ ਦਾਖਲ ਨਹੀਂ ਹੋ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਵੀ ਰਸ਼ੀਆ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਨੇ। ਅੱਜ ਵੀ ਇਸ ਤਰ੍ਹਾਂ ਦਾ ਕੈਨੇਡਾ ਵੱਲੋਂ ਤਾਜ਼ਾ ਐਲਾਨ ਕੀਤਾ ਗਿਆ। ਅੱਜ ਕੈਨੇਡਾ ਵੱਲੋਂ ਰਸ਼ੀਅਨ ਰਾਸ਼ਟਰਪਤੀ ਪੁਤਿਨ ਦੇ ਨਜ਼ਦੀਕੀ 15 ਹੋਰ ਰੂਸੀ ਅਧਿਕਾਰੀਆਂ ਦੇ ਉੱਪਰ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਕੈਨੇਡਾ ਵਿੱਚ 1 ਮਹੀਨੇ ਦੌਰਾਨ 35,000 ਨੂੰ ਪੱਕਾ ਕੀਤਾ ਗਿਆ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੋਂ ਪਤਾ ਚੱਲਿਆ ਕਿ ਜਨਵਰੀ ਮਹੀਨੇ ਦੌਰਾਨ 35,000 ਇਮੀਗ੍ਰੈਂਟਸ ਕੈਨੇਡਾ ਵਿੱਚ ਲੈਂਡ ਹੋਏ। ਇਹ ਅੰਕੜਾ ਜਿਹੜਾ ਹੈ ਉਹ IRCC ਵੱਲੋਂ ਸਾਂਝਾ ਕੀਤਾ ਗਿਆ। ਇਸ ਡਾਟਾ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਇਮੀਗ੍ਰੇਸ਼ਨ ਲੈਵਲਸ ਪਲਾਨ ਨੂੰ ਲੈ ਕੇ ਇਸ ਸਮੇਂ ਵਿਭਾਗ ਕਿੰਨਾ ਗੰਭੀਰ ਹੈ। ਦੱਸ ਦਈਏ ਕਿ ਇਸ ਸਾਲ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਆਪਣਾ ਇਮੀਗ੍ਰੇਸ਼ਨ ਟਾਰਗੇਟ ਪੂਰਾ ਕਰਨ ਵਾਸਤੇ ਵਿਭਾਗ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ਦੌਰਾਨ ਕੈਨੇਡਾ ਵਿੱਚ 35,000 ਇਮੀਗ੍ਰੈਂਟਸ ਲੈਂਡ ਹੋਏ ਨੇ। ਇਹਨਾਂ ਆંકੜਿਆਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕਿਵੇਂ ਸਾਲ ਦੀ ਸ਼ੁਰੂਆਤ ਹੀ ਮਜ਼ਬੂਤ ਤਰੀਕੇ ਨਾਲ ਹੋਈ ਹੈ। IRCC ਦੇ ਡਾਟਾ ਮੁਤਾਬਕ ਜਨਵਰੀ 2022 ਦੌਰਾਨ 35,260 ਨਵੇਂ PR ਕੈਨੇਡਾ ਵਿੱਚ ਲੈਂਡ ਹੋਏ। ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਮੀਗ੍ਰੇਸ਼ਨ ਲੈਵਲਸ ਪਲਾਨ 2022-2024 ਸਾਂਝਾ ਕੀਤਾ ਗਿਆ, ਜਿਸ ਵਿੱਚ ਟਾਰਗੇਟ ਰੱਖਿਆ ਗਿਆ ਹੈ ਕਿ ਇੱਕ ਸਾਲ ਵਿੱਚ 4,32,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਏਗਾ ਜਦੋਂ ਇੰਨੇ ਵੱਡੇ ਪੱਧਰ ਦੇ ਉੱਪਰ ਇਮੀਗ੍ਰੈਂਟਸ ਕੈਨੇਡਾ ਵਿੱਚ ਆਉਣਗੇ। ਇਸ ਤੋਂ ਪਹਿਲਾਂ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਤੋਂ ਵੱਧ ਉਮੀਦਵਾਰਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ। ਜਨਵਰੀ ਮਹੀਨੇ ਦੌਰਾਨ 65% ਨਵੇਂ ਜੋ PR ਸਨ ਉਹ ਇਕਨੋਮਿਕ ਕਲਾਸ ਅਧੀਨ ਕੈਨੇਡਾ ਵਿੱਚ ਲੈਂਡ ਹੋਏ। 20% ਫੈਮਿਲੀ ਕਲਾਸ ਵਿੱਚੋਂ ਸਨ, ਜਦਕਿ ਬਾਕੀ ਰਹਿੰਦੇ 15% ਹਿਊਮੈਨਿਟੇਰੀਅਨ ਕਲਾਸ ਨਾਲ ਸੰਬੰਧਿਤ ਦੱਸੇ ਗਏ ਨੇ। IRCC ਵੱਲੋਂ ਜੋ ਤਾਜ਼ਾ ਅੰਕੜਾ ਸਾਂਝਾ ਕੀਤਾ ਗਿਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕਿਵੇਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਪਲੀਕੇਸ਼ਨਸ ਨੂੰ ਤੇਜ਼ੀ ਨਾਲ ਪ੍ਰੋਸੈਸ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਹੁਣ ਫਾਈਲਾਂ ਦੀ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਂਦੀ ਜਾਏਗੀ, ਜਿਸ ਸੰਬੰਧੀ ਉਹਨਾਂ ਵੱਲੋਂ ਕਈ ਨਵੇਂ ਪ੍ਰੋਗਰਾਮ ਵੀ ਐਲਾਨ ਕੀਤੇ ਗਏ। ਜਾਣਕਾਰੀ ਲਈ ਦੱਸ ਦਈਏ ਕਿ ਇਮੀਗ੍ਰੇਸ਼ਨ ਕੈਟੇਗਰੀ ਅਧੀਨ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ 585, ਕੈਨੇਡੀਅਨ ਐਕਸਪੀਰੀਅੰਸ ਅਧੀਨ 7,685, ਕੇਅਰਗਿਵਰ ਅਧੀਨ 425, ਇਕਨੋਮਿਕ ਪਬਲਿਕ ਪਾਲਿਸੀ ਅਧੀਨ 60, ਰੂਰਲ ਐਂਡ ਨਾਰਦਰਨ ਇਮੀਗ੍ਰੇਸ਼ਨ ਤਹਿਤ 110, ਸਕਿਲਡ ਟ੍ਰੇਡ ਅਧੀਨ 25, ਸਕਿਲਡ ਵਰਕਰ ਅਧੀਨ 2,570। ਵਰਕਰ ਪ੍ਰੋਗਰਾਮ ਦੇ ਵਿੱਚ ਕੁੱਲ 11,460 ਦਾ ਸਵਾਗਤ ਕੀਤਾ ਗਿਆ। ਬਿਜ਼ਨਸ ਦੇ ਵਿੱਚ 305 ਦਾ, ਇਕਨੋਮਿਕ ਟੋਟਲ ਵਿੱਚ 23,020 ਦਾ, ਸਪਾਂਸਰਡ ਫੈਮਿਲੀ ਦੇ ਵਿੱਚ 7,035 ਦਾ, ਰੀਸੈਟਲਡ ਰਿਫਿਊਜੀ ਅਧੀਨ 1,340, ਰੀਸੈਟਲਡ ਰਿਫਿਊਜੀ ਐਂਡ ਪ੍ਰੋਟੈਕਟਡ ਪਰਸਨ ਇਨ ਕੈਨੇਡਾ 4,310,
ਤੇ ਕੁੱਲ ਮਿਲਾ ਕੇ 35,260 ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ। ਘਰਾਂ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਰਹੀਆਂ ਨੇ। ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਜਿਸ ਤੋਂ ਪਤਾ ਚੱਲ ਰਿਹਾ ਕਿ ਕਿਵੇਂ ਹਰ ਮਹੀਨੇ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਉਲਟ ਇਹ ਵੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਘਰਾਂ ਦੀ ਵਿਕਰੀ ਵੀ ਕਾਫੀ ਜ਼ਿਆਦਾ ਤੇਜ਼ ਹੋ ਰਹੀ ਹੈ। ਫਰਵਰੀ ਮਹੀਨੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਹੈ ਕਿ ਰਿਕਾਰਡ ਤੋੜ ਸੇਲ ਫਰਵਰੀ ਮਹੀਨੇ ਦੌਰਾਨ ਘਰਾਂ ਦੀ ਹੋਈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰਚ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲ ਸਕਦਾ ਹੈ। ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਨੇ। ਇੱਥੇ ਘਰਾਂ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਰਹੀਆਂ ਨੇ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਘਰ ਦੀ ਔਸਤ ਕੀਮਤ $8,16,720 ਦੇ ਰਿਕਾਰਡ ਪੱਧਰ ਦੇ ਉੱਪਰ ਪਹੁੰਚੀ। ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 20% ਦਾ ਵਾਧਾ ਦਰਜ ਕੀਤਾ ਗਿਆ। ਇਹ ਤਾਜ਼ਾ ਜਾਣਕਾਰੀ ਫਰਵਰੀ ਮਹੀਨੇ ਦੇ ਬਾਰੇ ਦੱਸੀ ਗਈ ਹੈ, ਜਿੱਥੇ ਕੈਨੇਡੀਅਨ ਰੀਅਲ ਐਸੋਸੀਏਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੋ ਘਰਾਂ ਦੀ ਕੀਮਤ ਫਰਵਰੀ ਮਹੀਨੇ ਦੌਰਾਨ ਦਰਜ ਕੀਤੀ ਗਈ, ਇਹ ਰਿਕਾਰਡ ਪੱਧਰ ਦੇ ਉੱਪਰ ਸੀ। ਉਨ੍ਹਾਂ ਮੁਤਾਬਕ ਘਰਾਂ ਦੀ ਸੇਲ ਦੇ ਲਿਹਾਜ਼ ਨਾਲ ਫਰਵਰੀ ਮਹੀਨਾ ਹੁਣ ਤੱਕ ਦਾ ਦੂਸਰਾ ਸਭ ਤੋਂ ਵਿਅਸਤ ਮਹੀਨਾ ਦਰਜ ਕੀਤਾ ਗਿਆ। ਫਰਵਰੀ ਮਹੀਨੇ ਵਿੱਚ ਕਰੀਬ 60,000 ਘਰਾਂ ਦੀ ਸੇਲ ਹੋਈ ਅਤੇ ਘਰਾਂ ਦੀਆਂ ਨਵੀਆਂ ਲਿਸਟਿੰਗਸ ਵਿੱਚ ਹੋ ਰਹੇ ਵਾਧੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਰਚ ਵਿੱਚ ਵੀ ਘਰਾਂ ਦੀ ਜ਼ਬਰਦਸਤ ਸੇਲ ਦਰਜ ਹੋਵੇਗੀ। ਘਰਾਂ ਦੀ ਕੀਮਤ $8,16,720 ਦਰਜ ਹੋਣਾ ਪਿਛਲੇ ਸਾਲ ਦੇ ਮੁਕਾਬਲੇ 20% ਵਾਧਾ ਦੱਸਦਾ ਹੈ। ਇਸ ਦੇ ਨਾਲ ਹੀ ਪਿਛਲੇ 1 ਸਾਲ ਵਿੱਚ HPI ਵਿੱਚ 29% ਵਾਧਾ ਹੋ ਚੁੱਕਿਆ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਤੇਜ਼ ਵਾਧਾ ਹੈ। ਦੱਸਣਯੋਗ ਹੈ ਕਿ ਕੋਵਿਡ-19 ਪੈਂਡੈਮਿਕ ਦਾ ਕੈਨੇਡੀਅਨ ਹਾਊਸਿੰਗ ਮਾਰਕੀਟ ਦੇ ਉੱਪਰ ਉਲਟਾ ਅਸਰ ਪਿਆ। ਮਾਰਚ ਅਤੇ ਅਪ੍ਰੈਲ 2020 ਦੌਰਾਨ ਘਰਾਂ ਦੀ ਸੇਲ ਵਿੱਚ ਕਮੀ ਆਈ ਸੀ, ਕਿਉਂਕਿ ਉਸ ਸਮੇਂ ਪੈਂਡੈਮਿਕ ਦੀ ਸ਼ੁਰੂਆਤ ਵਿੱਚ ਲੋਕਾਂ ਵੱਲੋਂ ਬਚਤ ਵੱਲ ਰੁਝਾਨ ਦਿੱਤਾ ਜਾ ਰਿਹਾ ਸੀ। ਪੈਂਡੈਮਿਕ ਤੋਂ ਪ੍ਰਭਾਵਿਤ ਇਕਨੋਮੀ ਨੂੰ ਲੀਹ ਦੇ ਉੱਪਰ ਰੱਖਣ ਦੇ ਲਈ ਵਿਆਜ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਗਈ, ਜਿਸ ਤੋਂ ਬਾਅਦ ਘਰਾਂ ਦੀ ਮੰਗ ਰਿਕਾਰਡ ਪੱਧਰ ਦੇ ਉੱਪਰ ਵਧ ਗਈ। ਤੇ ਹੁਣ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਉਸ ਮੁਤਾਬਕ ਫਰਵਰੀ ਮਹੀਨੇ ਘਰਾਂ ਦੀ ਸੇਲ ਰਿਕਾਰਡ ਪੱਧਰ ਦੇ ਉੱਪਰ ਪਹੁੰਚੀ ਹੈ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰਚ ਮਹੀਨੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਹੋ ਸਕਦਾ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬੋਲੇ। ਇਸ ਦੌਰਾਨ ਹਾਊਸ ਮੈਂਬਰਸ ਵੱਲੋਂ ਉਹਨਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ ਗਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਆਪਣੀ ਮੰਗ ਨੂੰ ਇੱਕ ਵਾਰ ਫੇਰ ਦੁਹਰਾਇਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਨੋ ਫਲਾਈ ਜ਼ੋਨ ਏਰੀਆ ਐਲਾਨ ਕੀਤਾ ਜਾਵੇ। ਇਸ ਦੌਰਾਨ ਉਹ ਪਾਰਲੀਮੈਂਟ ਦੇ ਵਿੱਚ ਹੋਰ ਵੀ ਗੱਲਾਂ ਕਰਦੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੈਨੇਡਾ ਦੀ ਪਾਰਲੀਮੈਂਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬੋਲੇ। ਇਸ ਦੌਰਾਨ ਉਹਨਾਂ ਵੱਲੋਂ ਪਾਰਲੀਮੈਂਟ ਵਿੱਚ ਇੱਕ ਖਾਸ ਮੰਗ ਵੀ ਕੀਤੀ ਗਈ। ਪਾਰਲੀਮੈਂਟ ਨੂੰ ਸੰਬੋਧਿਤ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਕਿ ਯੂਕਰੇਨ ਨੂੰ ਨੋ ਫਲਾਈ ਜ਼ੋਨ ਐਲਾਨਿਆ ਜਾਵੇ। ਦੱਸ ਦਈਏ ਕਿ ਯੂਕਰੇਨ ਉੱਪਰ ਜੋ ਇਸ ਸਮੇਂ ਰਸ਼ੀਆ ਵੱਲੋਂ ਹਮਲੇ ਕੀਤੇ ਗਏ, ਉਸ ਮੁੱਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬੋਲੇ। ਉਹਨਾਂ ਦੇ ਸੰਬੋਧਨ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ। ਫੈਡਰਲ ਸਰਕਾਰ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਜ਼ਦੀਕੀ 15 ਹੋਰ ਰੂਸੀ ਅਧਿਕਾਰੀਆਂ ਦੇ ਉੱਪਰ ਪਾਬੰਦੀਆਂ ਲਗਾਉਣ ਬਾਰੇ ਅੱਜ ਐਲਾਨ ਕੀਤਾ। ਕੈਨੇਡਾ ਦੀ ਵਿਦੇਸ਼ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ, ਉਨ੍ਹਾਂ ਵਿੱਚ ਫੌਜੀ ਮੈਂਬਰ ਅਤੇ ਜਨਰਲ ਸ਼ਾਮਿਲ ਹਨ। ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਰੂਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖਤੀਆਂ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਕੱਲ ਨੂੰ ਅਮਰੀਕੀ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਵਿਚਾਰ ਰੱਖੇ ਜਾਣਗੇ। ਹੁਣ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Can you imagine that every day you receive memorandums about the number of casualties, including among women and children? You've heard about the bombings. Currently, we have 97 children that died during this war. Can you imagine famous CN Tower in Toronto? If it was hit by Russian bombs. Of course, I don't wish this on anyone, but this is our reality in which we live. We have to contemplate, we have to see where the next bombing will take place. Your church square, we have a Freedom Square in the city of Harton. Our Babin Yar, the place where victims of Holocaust were buried, and it has been bombed by the Russians. Imagine that Canadian
facilities have been bombed, similarly as our buildings and memorial places are being bombed. A number of families have died. Every night is a horrible night. Russians are shelling from all kinds of artillery, from tanks. They are hitting civilian infrastructure. They are hitting big buildings. Can you imagine that there is a fire starting at a nuclear power plant? And that's exactly what happened in our country. Each city that they are marching through, they are taking down Ukrainian flags. Can you imagine someone taking down? ਇੱਕ 10 ਸਾਲ ਦੀ ਬੱਚੀ ਦੇ ਉੱਪਰ ਦਿਨ ਦਿਹਾੜੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ 10 ਸਾਲਾ ਬੱਚੀ ਦੇ ਉੱਪਰ ਹਮਲਾ ਕੀਤਾ ਗਿਆ। ਇਸ ਸਮੇਂ ਵਿਅਕਤੀ ਹਿਰਾਸਤ ਵਿੱਚ ਹੈ ਤੇ ਬੱਚੀ ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਉਸ ਮੁਤਾਬਕ ਹਸਪਤਾਲ ਵਿੱਚ ਇਸ ਬੱਚੀ ਦਾ ਇਲਾਜ ਚੱਲ ਰਿਹਾ ਹੈ, ਜਿਸ ਨੂੰ ਕਈ ਗੰਭੀਰ ਸੱਟਾਂ ਵੀ ਆਈਆਂ ਨੇ। ਮੌਂਟਰੀਅਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਇੱਕ 10 ਸਾਲਾ ਬੱਚੀ ਨੂੰ ਕੁੱਟਿਆ ਗਿਆ। ਹੁਣ ਇਸ ਬਾਰੇ ਮੌਂਟਰੀਅਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ 10 ਸਾਲਾ ਲੜਕੀ ਦੇ ਉੱਪਰ ਹਮਲਾ ਕੀਤਾ ਗਿਆ, ਜਿਸ ਦੀ ਹੁਣ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਂਟਰੀਅਲ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ ਬੱਚੀ ਆਪਣੇ ਦੋਸਤ ਨਾਲ ਆਪਣੇ ਸਕੂਲ ਦੇ ਬਾਹਰਲੇ ਪਾਸੇ ਚੱਲ ਰਹੀ ਸੀ। ਇਸ ਦੌਰਾਨ ਇੱਕ 21 ਸਾਲਾ ਵਿਅਕਤੀ ਆਇਆ ਤੇ ਉਸਨੇ ਬੱਚੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵੱਲੋਂ ਬੱਚੀ ਦੇ ਉੱਪਰ ਹਮਲਾ ਕਰਦਿਆਂ ਉਸ ਨੂੰ ਕਾਫੀ ਘੜੀਸਿਆ ਵੀ ਗਿਆ। ਇਸ ਦੌਰਾਨ ਜਿਹੜੇ ਰਾਹਗੀਰ ਸਨ ਅਤੇ ਆਸ-ਪਾਸ ਦੇ ਲੋਕ ਉਹਨਾਂ ਨੇ ਇਸ ਝਗੜੇ ਨੂੰ ਦੇਖਿਆ ਅਤੇ ਵਿੱਚ ਪੈ ਕੇ ਇਸ ਨੂੰ ਹਟਾ ਵੀ ਦਿੱਤਾ। ਇਸ ਦੌਰਾਨ ਜੋ ਪੁਲਿਸ ਆਫੀਸਰ ਪੈਟਰੋਲਿੰਗ ਦੇ ਉੱਪਰ ਸਨ, ਉਹਨਾਂ ਦੀ ਨਜ਼ਰ ਜਦੋਂ ਇਸ ਅਟੈਕ ਦੇ ਉੱਪਰ ਪਈ ਤਾਂ ਉਹ ਆਏ। ਇਸ ਦੌਰਾਨ ਉਹਨਾਂ ਵੱਲੋਂ 21 ਸਾਲਾ ਵਿਅਕਤੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਜਿਹੜੀ ਬੱਚੀ ਸੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਸ ਸਮੇਂ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਬੱਚੀ ਦੀ ਅਪਰ ਬਾਡੀ ਅਤੇ ਸਿਰ ਦੇ ਉੱਪਰ ਕਈ ਗੰਭੀਰ ਸੱਟਾਂ ਆਈਆਂ ਨੇ, ਜਿਸ ਦੇ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਸਸਪੈਕਟ ਦੇ ਉੱਪਰ ਕਈ ਤਰ੍ਹਾਂ ਦੇ ਚਾਰਜ ਲਗਾਏ ਗਏ ਨੇ। ਉਸ ਨੂੰ ਐਗਰੀਵੇਟਡ ਅਸੌਲਟ ਵਰਗੇ ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੌਂਟਰੀਅਲ ਦੇ ਮੇਅਰ ਵੀ ਬੋਲੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਿੰਸਕ ਮਾਮਲਿਆਂ ਵਾਸਤੇ ਮੌਂਟਰੀਅਲ ਵਿੱਚ ਕੋਈ ਵੀ ਥਾਂ ਨਹੀਂ ਹੈ ਤੇ ਉਹਨਾਂ ਵੱਲੋਂ ਆਪਣੀ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਗਿਆ। ਰਸ਼ੀਆ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਸ ਦੌਰਾਨ ਯੂਐਨ ਚੀਫ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੰਗ ਦਾ ਅਸਰ ਬਾਕੀ ਦੇਸ਼ਾਂ ਦੇ ਉੱਪਰ ਵੀ ਪੈ ਰਿਹਾ ਹੈ। ਕਈ ਗਰੀਬ ਦੇਸ਼ ਇਸ ਦੇ ਕਾਰਨ ਕਾਫੀ ਪ੍ਰਭਾਵਿਤ ਹੋ ਰਹੇ ਨੇ, ਜਿੱਥੇ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ ਅਤੇ ਕਾਫੀ ਚੀਜ਼ਾਂ ਨੂੰ ਲੈ ਕੇ ਉਹ ਯੂਕਰੇਨ ਦੇ ਉੱਪਰ ਨਿਰਭਰ ਨੇ। ਇਸ ਸਮੇਂ ਰਸ਼ੀਆ ਤੇ ਯੂਕਰੇਨ ਵਿਚਕਾਰ ਜੋ ਯੁੱਧ ਚੱਲ ਰਿਹਾ ਹੈ, ਇਸ ਦੌਰਾਨ ਯੂਐਨ ਚੀਫ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਜੰਗ ਦਾ ਅਸਰ ਗਰੀਬ ਦੇਸ਼ਾਂ ਦੇ ਉੱਪਰ ਬੁਰੀ ਤਰ੍ਹਾਂ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ 45 ਅਫਰੀਕੀ ਦੇਸ਼ ਅਜਿਹੇ ਨੇ ਜਿਹੜੇ 1/3 ਕਣਕ ਯੂਕਰੇਨ ਅਤੇ ਰਸ਼ੀਆ ਤੋਂ ਲੈਂਦੇ ਹਨ ਅਤੇ 50% ਕਣਕ ਦੇ ਵਾਸਤੇ ਯੂਕਰੇਨ ਅਤੇ ਰਸ਼ੀਆ ਉੱਪਰ ਨਿਰਭਰ ਨੇ। ਹੁਣ ਜੋ ਇਸ ਸਮੇਂ ਜੰਗ ਲੱਗੀ ਹੋਈ ਹੈ, ਇਸ ਦੇ ਕਾਰਨ ਇਹਨਾਂ ਦੇਸ਼ਾਂ ਵਿੱਚ ਕਾਫੀ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ। ਬਹੁਤ ਸਾਰੇ ਅਜਿਹੇ ਦੇਸ਼ ਨੇ ਜਿੱਥੇ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ। ਕਈ ਦੇਸ਼ਾਂ ਵਿੱਚ ਲਗਾਤਾਰ ਖਾਣ ਪੀਣ ਦੀਆਂ ਚੀਜ਼ਾਂ, ਫਿਊਲ ਅਤੇ ਫਰਟੀਲਾਈਜ਼ਰ ਪ੍ਰਾਈਸਿਸ ਕਾਫੀ ਉੱਚੇ ਪੱਧਰ ਦੇ ਉੱਪਰ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ। ਹੁਣ ਇਸ ਸੰਬੰਧੀ ਜੋ ਉਹਨਾਂ ਵੱਲੋਂ ਹੋਰ ਵਿਚਾਰ ਸਾਂਝੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। The country is being decimated before the eyes of the world. The impact on civilians is reaching terrifying proportions. And with each passing hour, two things are increasingly clear. First, it keeps getting worse. Second, whatever the outcome, this war will have no winners, only losers. As millions of people in Ukraine face hunger and dwindling supplies of water and medicine, I'm announcing today that the United Nations will allocate a further $40 million from the Central Emergency Response Fund to ramp up vital assistance to reach the most vulnerable as we wait for the nations to come. This funding will help get critical supplies of food, water, medicines, and other life-saving aid into the country, as well as provide cash assistance to the needy. Further escalation of the war, whether by accident or design,
threatens all of humanity. Raising the alert of Russian nuclear forces is a bone-chilling development. The prospect of nuclear conflict, once unthinkable, is now back within the realm of possibility. The security and safety of nuclear facilities must also be preserved. It's time to stop the horror unleashed on the people of Ukraine and get on the path of diplomacy and peace. Yes, we are doing our best. I've talked with a number of leaders that are in permanent contact with President Putin, and of course we consider that it's absolutely essential for an additional effort to make the Russian Federation understand that this war is becoming an absolute nightmare, and to create the conditions for the war to be stopped. ਯਾਤਰੀਆਂ ਨੂੰ ਵੱਡੀ ਢਿੱਲ ਮਿਲਣ ਜਾ ਰਹੀ ਹੈ, ਜਿੱਥੇ ਪਹਿਲਾਂ ਦੇ ਵਾਂਗ ਹੀ ਹੁਣ ਯਾਤਰਾ ਕੀਤੀ ਜਾ ਸਕੇਗੀ। ਜੀ ਹਾਂ, ਕਰੋਨਾ ਵਾਇਰਸ ਤੋਂ ਪਹਿਲਾਂ ਜਿਵੇਂ ਯਾਤਰਾ ਹੁੰਦੀ ਸੀ, ਉਸੇ ਤਰ੍ਹਾਂ ਹੁਣ ਮੁੜ ਤੋਂ ਯਾਤਰਾ ਜਿਹੜੇ ਯਾਤਰੀ ਕਰ ਸਕਣਗੇ। ਇਸ ਬਾਰੇ ਹੁਣ ਇੰਗਲੈਂਡ ਤੋਂ ਬ੍ਰਿਟੇਨ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਬ੍ਰਿਟੇਨ ਸਰਕਾਰ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਬਾਕੀ ਰਹਿੰਦੀਆਂ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਨੇ। ਟੈਸਟਿੰਗ ਦੀ ਰਿਕੁਆਇਰਮੈਂਟ ਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਇਸ ਸਮੇਂ ਰਿਕੁਆਇਰਮੈਂਟ ਸੀ ਉਹਨਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਯਾਤਰਾ ਨੂੰ ਬਿਲਕੁਲ ਨਾਰਮਲ ਕੀਤਾ ਜਾ ਰਿਹਾ ਹੈ। ਯੂਕੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਬਾਕੀ ਰਹਿੰਦੀਆਂ ਯਾਤਰਾ ਨਾਲ ਜੁੜੀਆਂ ਹੋਈਆਂ ਪਾਬੰਦੀਆਂ ਵੀ ਹੁਣ ਉਹਨਾਂ ਵੱਲੋਂ ਖਤਮ ਕੀਤੀਆਂ ਜਾ ਰਹੀਆਂ ਨੇ। ਇਨ੍ਹਾਂ ਪਾਬੰਦੀਆਂ ਨੂੰ ਸ਼ੁੱਕਰਵਾਰ ਤੋਂ ਖਤਮ ਕੀਤਾ ਜਾ ਰਿਹਾ ਤਾਂ ਕਿ ਈਸਟਰ ਹੌਲੀਡੇ ਸਕੂਲ ਵੈਕੇਸ਼ਨਸ ਨੂੰ ਹੋਰ ਵੀ ਆਸਾਨ ਬਣਾਇਆ ਜਾ ਸਕੇ। ਬ੍ਰਿਟੇਨ ਸਰਕਾਰ ਵੱਲੋਂ ਕੀਤੇ ਗਏ ਤਾਜ਼ਾ ਐਲਾਨ ਦੇ ਮੁਤਾਬਕ ਪੈਸੇਂਜਰ ਲੋਕੇਟਰ ਫਾਰਮ ਅਤੇ ਜੋ ਵੈਕਸੀਨੇਸ਼ਨ ਦੀ ਰਿਕੁਆਇਰਮੈਂਟ ਹੈ ਉਸ ਤੋਂ ਯਾਤਰੀਆਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਨ੍ਹਾਂ ਪਾਬੰਦੀਆਂ ਵਿੱਚ ਢਿੱਲ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਣ ਜਾ ਰਹੀ ਹੈ। ਇਸ ਬਾਰੇ ਟਰਾਂਸਪੋਰਟ ਸੈਕਟਰੀ ਦਾ ਕਹਿਣਾ ਹੈ ਕਿ ਹੁਣ ਲੋਕ ਉਸ ਤਰ੍ਹਾਂ ਯਾਤਰਾ ਕਰ ਸਕਣਗੇ ਜਿਸ ਤਰ੍ਹਾਂ ਉਹ ਪਹਿਲਾਂ ਆਮ ਦਿਨਾਂ ਵਿੱਚ ਕਰਿਆ ਕਰਦੇ ਸਨ। ਹੁਣ ਇਸ ਐਲਾਨ ਤੋਂ ਬਾਅਦ ਯੂਕੇ 에ਅਰਲਾਈਨਸ, ਜਿਸ ਦੇ ਵਿੱਚ ਵਰਜਿਨ, ਐਟਲਾਂਟਿਕ ਅਤੇ ਬ੍ਰਿਟਿਸ਼ 에ਅਰਵੇਜ਼ ਸ਼ਾਮਲ ਹਨ, ਉਹਨਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਯਾਤਰੀਆਂ ਨੂੰ ਪਹਿਲਾਂ ਦੇ ਮੁਕਾਬਲੇ ਆਸਾਨ ਬਣਾਇਆ ਜਾ ਸਕੇਗਾ। ਦੱਸ ਦਈਏ ਕਿ ਇਸ ਸਮੇਂ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਯੂਕੇ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਇਸ ਦੌਰਾਨ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਵੀ ਦਿਖਾਈ ਦੇ ਰਹੇ ਨੇ, ਪਰ ਹੁਣ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਗੱਲ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਮਾਰਚ 2020 ਤੋਂ ਹੀ ਵੱਖ-ਵੱਖ ਦੇਸ਼ਾਂ ਵੱਲੋਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ। ਪਹਿਲਾਂ ਸਾਰੇ ਦੇਸ਼ਾਂ ਵੱਲੋਂ ਮੁਕੰਮਲ ਤੌਰ ਦੇ ਉੱਪਰ ਯਾਤਰਾ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ, ਪਰ ਜਿਵੇਂ-ਜਿਵੇਂ ਹਾਲਾਤ ਸੁਧਰਦੇ ਗਏ ਤਾਂ ਫਿਰ ਦੇਸ਼ਾਂ ਵੱਲੋਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ। ਇੱਕ ਵਾਰ ਫਿਰ ਤੋਂ ਜਦੋਂ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਤਾਂ ਫਿਰ ਬਾਅਦ ਦੇ ਵਿੱਚ ਸਖਤੀ ਕੀਤੀ ਗਈ, ਪਰ ਮੌਜੂਦਾ ਹਾਲਾਤ ਜੋ ਇਸ ਸਮੇਂ ਬਣੇ ਹੋਏ ਨੇ ਤੇ ਵੈਕਸੀਨੇਸ਼ਨ ਰੇਟ ਜੋ ਇਸ ਸਮੇਂ ਵੱਖ-ਵੱਖ ਦੇਸ਼ਾਂ ਵਿੱਚ ਹੈ, ਉਸ ਦੇ ਕਾਰਨ ਹੁਣ ਦੇਸ਼ਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਯਾਤਰਾ ਦੇ ਵਿੱਚ ਉਹਨਾਂ ਵੱਲੋਂ ਕਾਫੀ ਹੱਦ ਤੱਕ ਢਿੱਲ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਦੇਸ਼ ਅਜਿਹੇ ਨੇ ਜਿਨ੍ਹਾਂ ਵੱਲੋਂ ਲਗਭਗ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਇਸੇ ਕੜੀ ਤਹਿਤ ਅੱਜ ਬ੍ਰਿਟੇਨ ਸਰਕਾਰ ਵੱਲੋਂ ਵੀ ਐਲਾਨ ਕਰਦਿਆਂ ਕਹਿ ਦਿੱਤਾ ਗਿਆ ਕਿ ਸ਼ੁੱਕਰਵਾਰ ਤੋਂ ਹੁਣ ਯਾਤਰੀ ਉਸੇ ਤਰ੍ਹਾਂ ਯਾਤਰਾ ਕਰ ਸਕਣਗੇ ਜਿਸ ਤਰ੍ਹਾਂ ਉਹ ਪਹਿਲਾਂ ਕਰਿਆ ਕਰਦੇ ਸਨ। ਵੱਡੀ ਰਾਹਤ ਦਾ ਜਿਹੜਾ ਹੈ ਉਹ ਸਰਕਾਰ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ। ਨਾਟੋ ਨੂੰ ਰੂਸ ਦੇ ਉੱਪਰ ਸ਼ੱਕ ਹੋਇਆ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਜੰਗ ਚੱਲ ਰਹੀ ਹੈ ਉਸ ਦੌਰਾਨ ਯੂਕਰੇਨ ਦੇ ਖਿਲਾਫ ਰਸ਼ੀਆ ਕੈਮੀਕਲ ਵੈਪਨਸ ਦੀ ਵਰਤੋਂ ਕਰ ਸਕਦਾ ਹੈ। ਨਾਟੋ ਵੱਲੋਂ ਲਗਾਤਾਰ ਇਸ ਜੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੰਕਾ ਹੈ ਕਿ ਕੈਮੀਕਲ ਵੈਪਨਸ ਦੀ ਇਸ ਜੰਗ ਵਿੱਚ ਰਸ਼ੀਆ ਵੱਲੋਂ ਵਰਤੋਂ ਕੀਤੀ ਜਾ ਸਕਦੀ ਹੈ। ਯੁੱਧ ਦੌਰਾਨ ਨਾਟੋ ਵੱਲੋਂ ਵੱਡੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਨਾਟੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਰਸ਼ੀਆ ਵੱਲੋਂ ਯੂਕਰੇਨ ਵਿੱਚ ਕੈਮੀਕਲ ਵੈਪਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ, ਇਸ ਬਾਰੇ ਨਾਟੋ ਮਿਲਟਰੀ ਅਲਾਈਅੰਸ ਦੇ ਹੈੱਡ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਜੋ ਇਸ ਸਮੇਂ ਕਲੇਮ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਵਿੱਚ ਬਾਇਓਲੋਜੀਕਲ ਲੈਬਸ ਅਤੇ ਕੈਮੀਕਲ ਵੈਪਨਸ ਨੇ, ਇਹ ਝੂਠ ਹੈ। ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਮਾਸਕੋ ਵੱਲੋਂ ਇੱਕ ਝੂਠੇ ਫਲੈਗ ਆਪਰੇਸ਼ਨ ਨੂੰ ਸਟੇਜ ਕੀਤਾ ਜਾ ਸਕਦਾ ਹੈ। ਇਸ ਵਿੱਚ ਕੈਮੀਕਲ ਵੈਪਨਸ ਦੀ ਵਰਤੋਂ ਹੋਣ ਦੇ ਬਾਰੇ ਵੀ ਉਹਨਾਂ ਵੱਲੋਂ ਸ਼ੰਕਾ ਜਤਾਈ ਗਈ। ਦੱਸ ਦਈਏ ਕਿ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਰਸ਼ੀਆ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਨਾਈਟਿਡ ਸਟੇਟਸ ਵੱਲੋਂ ਬਾਇਓਲੋਜੀਕਲ ਵੈਪਨਸ ਬਣਾਉਣ ਵਿੱਚ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਬਾਰੇ ਹਾਲ ਹੀ ਵਿੱਚ ਯੂਨਾਈਟਿਡ ਨੇਸ਼ਨਸ ਵੱਲੋਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੇ ਕੋਈ ਵੀ ਸਬੂਤ ਨਹੀਂ ਮਿਲੇ ਕਿ ਯੂਕਰੇਨ ਵਿੱਚ ਬਾਇਓਲੋਜੀਕਲ ਵੈਪਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਹੁਣ ਇਸ ਬਾਰੇ ਹੋਰ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। I don't have anything to report with respect to specific Russian chem bio capabilities inside Ukraine. I would only say two things, Court. One,
this is a country that has a reputation for using those kinds of weapons on people, and we know they have a program. And two, we continue to watch for the potential, and I want to stress the word potential that they could be banging this drum with the intent of creating some sort of false flag event that they could use it as an excuse to escalate the conflict even more. Again, we're watching this every day. I don't have any specific indication now to talk about, but it is something we're concerned about. You might have heard President Zelensky in his nightly address last night say that exact thing, that you got to be careful what you see the Russians accuse others of, because it oftentimes ends up being what they're planning to do. Now, again, that's we don't have firm indications right now. It's just something that could happen that we want to watch out for. यूक्रेन रिफ्यूजियां वास्ते ओंटारियो ने दरवाजे खोले ने। ओंटारियो ਦਾ ਕਹਿਣਾ ਹੈ ਕਿ ਜਿਹੜੇ ਯੂਕਰੇਨ ਰਿਫਿਊਜੀ ਇਸ ਸੂਬੇ ਵਿੱਚ ਆਉਣਗੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। 3000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਸੂਬੇ ਵੱਲੋਂ ਕੀਤੀ ਗਈ ਹੈ। ਯੂਕਰੇਨੀਅਨ ਰਿਫਿਊਜੀਆਂ ਦੇ ਵਾਸਤੇ ਓਂਟਾਰੀਓ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ। ਲੇਬਰ ਮੰਤਰੀ ਦਾ ਕਹਿਣਾ ਹੈ ਕਿ ਯੂਕਰੇਨੀ ਰਿਫਿਊਜੀਆਂ ਵਾਸਤੇ ਇਸ ਸੂਬੇ ਵਿੱਚ 30,000 ਤੋਂ ਵੱਧ ਨੌਕਰੀਆਂ ਉਪਲਬਧ ਹਨ। ਜੀ ਹਾਂ, ਜਿਹੜੇ ਯੂਕਰੇਨ ਤੋਂ ਰਿਫਿਊਜੀ ਕੈਨੇਡਾ ਵਿੱਚ ਆਉਣਗੇ, ਓਂਟਾਰੀਓ ਵੱਲੋਂ 30,000 ਤੋਂ ਵੱਧ ਨੌਕਰੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਇਸ ਬਾਰੇ ਸੂਬੇ ਦੇ ਲੇਬਰ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਵਾਸੀਆਂ ਦੇ ਨਾਲ ਓਂਟਾਰੀਓ ਦੀ ਪੂਰੀ ਹਮਦਰਦੀ ਹੈ ਤੇ ਜੋ ਉਹਨਾਂ ਤੋਂ ਹੋ ਸਕੇਗਾ ਉਹ ਕਰਨਗੇ। ਇਸ ਬਾਰੇ ਸਾਰੀ ਜਾਣਕਾਰੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ ਐਡਮਿੰਟਨ ਦੇ ਕਈ ਅਜਿਹੇ ਪਰਿਵਾਰ ਨੇ ਜਿਨ੍ਹਾਂ ਵੱਲੋਂ ਯੂਕਰੇਨੀਅਨ ਰਿਸ਼ਤੇਦਾਰਾਂ ਦੀ ਕੈਨੇਡਾ ਆਉਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਯੂਐਨ ਵੱਲੋਂ ਜੋ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ, ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੰਗ ਦੌਰਾਨ 3 ਮਿਲੀਅਨ ਦੇ ਕਰੀਬ ਯੂਕਰੇਨੀਆਂ ਵੱਲੋਂ ਆਪਣਾ ਦੇਸ਼ ਛੱਡਿਆ ਗਿਆ, ਜਿਹੜੇ ਕਿ ਵੱਖ-ਵੱਖ ਦੇਸ਼ਾਂ ਵਿੱਚ ਇਸ ਸਮੇਂ ਸ਼ਰਨ ਲੈ ਰਹੇ ਨੇ। ਕੈਨੇਡਾ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਯੂਕਰੇਨ ਰਿਫਿਊਜੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਏਗਾ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਦੱਸਿਆ ਗਿਆ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਜਿਹੜੇ ਕੈਨੇਡਾ ਆਉਣ ਵਾਲੇ ਯੂਕਰੇਨੀ ਰਿਫਿਊਜੀ ਨੇ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਯੂਕਰੇਨ ਦੇ ਸਿਟੀਜ਼ਨ ਹੋਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਲਗਾਤਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਕਿਹਾ ਗਿਆ ਸੀ ਕਿ ਸੂਬੇ ਵੱਲੋਂ ਯੂਕਰੇਨੀ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇਗਾ। ਗੈਸ ਸਟੇਸ਼ਨਾਂ ਦੇ ਉੱਪਰ ਹੋਣ ਵਾਲੀਆਂ ਚੋਰੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਇੱਕ ਪਾਸੇ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਰਹੀਆਂ ਨੇ ਤੇ ਦੂਜੇ ਪਾਸੇ ਹੁਣ ਗੈਸ ਸਟੇਸ਼ਨਾਂ ਦੇ ਉੱਪਰ ਵੀ ਚੋਰੀਆਂ ਹੋਣ ਲੱਗੀਆਂ ਨੇ। ਪਿਛਲੇ ਦਿਨੀ ਕੈਨੇਡਾ ਤੋਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸੀ ਤੇ ਹੁਣ ਤਾਜ਼ਾ ਜਾਣਕਾਰੀ ਟੈਕਸਸ ਦੇ ਗੈਸ ਸਟੇਸ਼ਨ ਤੋਂ ਸਾਹਮਣੇ ਆਈ, ਜਿੱਥੇ 5000 ਲੀਟਰ ਗੈਸ ਚੋਰੀ ਕੀਤੀ ਗਈ। ਮੈਕਸੀਕੋ ਦੇ ਕੈਰੀਬੀਅਨ ਕੋਸਟ ਦੇ ਉੱਪਰ ਇੱਕ ਗੈਸ ਟੈਂਕ ਦੇ ਵਿੱਚ ਧਮਾਕਾ ਹੋ ਗਿਆ ਤੇ ਇਸ ਦੌਰਾਨ ਕਈ ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇਸ ਹਾਦਸੇ ਵਿੱਚ 2 ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 18 ਜਾਣੇ ਜ਼ਖਮੀ ਹੋਏ ਨੇ। ਇਸ ਦੀ ਸਾਰੀ ਜਾਣਕਾਰੀ ਅਥਾਰਟੀਜ਼ ਵੱਲੋਂ ਸਾਂਝੀ ਕੀਤੀ ਗਈ। ਇਸ ਦੇ ਬਾਰੇ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਜਿਹੜੇ ਕੂਲ ਬੀਚ ਰੈਸਟੋਰੈਂਟ ਦੇ ਉੱਪਰ 8 ਜਾਣੇ ਜ਼ਖਮੀ ਹੋਏ ਸਨ, ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਚੁੱਕੀ ਹੈ। ਇਸ ਬਾਰੇ ਸਟੇਟ ਪੁਲਿਸ ਚੀਫ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਰੈਸਟੋਰੈਂਟ ਦੀ ਕਿਚਨ ਵਿੱਚ ਇਹ ਧਮਾਕਾ ਹੋਇਆ, ਜਿੱਥੇ ਗੈਸ ਟੈਂਕ ਦੇ ਵਿੱਚ ਐਕਸਪਲੋਜਨ ਹੋ ਗਿਆ। ਇਸ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਉਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਖਿੜਕੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ। ਇਸ ਤੋਂ ਪਹਿਲਾਂ 2018 ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਗੈਸ ਲੀਕ ਕਾਰਨ ਇੱਕ ਅਮਰੀਕਨ ਜੋੜੇ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਹਨਾਂ ਦੇ 2 ਬੱਚਿਆਂ ਦੀ ਵੀ ਜਾਨ ਚਲੀ ਗਈ। 2010 ਦੌਰਾਨ ਜਿਹੜਾ ਮਾਮਲਾ ਸਾਹਮਣੇ ਆਇਆ ਸੀ, ਉਸ ਵਿੱਚ 5 ਕੈਨੇਡੀਅਨ ਟੂਰਿਸਟ ਅਤੇ 2 ਮੈਕਸੀਕਨਸ ਦੀ ਜਾਨ ਚਲੀ ਗਈ ਤੇ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਉੱਥੇ ਗੈਸ ਐਕਸਪਲੋਜਨ ਕਾਰਨ 18 ਜਾਣੇ ਜ਼ਖਮੀ ਹੋਏ ਅਤੇ 2 ਜਾਣਿਆਂ ਦੀ ਮੌਤ ਹੋ ਗਈ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਸਾਰੀ ਸਥਿਤੀ ਦੇ ਨਾਲ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਓਂਟਾਰੀਓ ਦੇ ਹਸਪਤਾਲ ਵਿੱਚ ਇਸ ਸਮੇਂ 688 ਮਰੀਜ਼ ਨੇ, ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 220 ਦੀ ਗਿਣਤੀ ਦੱਸੀ ਗਈ ਹੈ। ਸੂਬੇ ਵਿੱਚ 24 ਘੰਟਿਆਂ ਦੌਰਾਨ 1076 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਇੱਥੇ ਪ੍ਰੋਵਿੰਸ ਵਿੱਚ 11,27,532 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਬੀਤੇ 24 ਘੰਟਿਆਂ ਦੌਰਾਨ 16 ਜਾਣਿਆਂ ਵੱਲੋਂ ਵਾਇਰਸ ਕਾਰਨ ਦਮ ਤੋੜ ਦਿੱਤਾ ਗਿਆ ਤੇ ਕੁੱਲ ਮੌਤਾਂ ਦਾ ਅੰਕੜਾ 12,272 ਦਰਜ ਕੀਤਾ ਗਿਆ। ਰਿਕਵਰ ਕੇਸਿਸ ਦੀ ਗਿਣਤੀ 10,90,976 ਦੀ ਹੈ।
ਇਸ ਤੋਂ ਇਲਾਵਾ ਜੋ ਵੈਕਸੀਨੇਸ਼ਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.8% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ, 92.7% ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 54.9% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਜਾ ਚੁੱਕੀਆਂ ਨੇ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.1% ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 30.8% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾਏ ਜਾ ਚੁੱਕੇ ਨੇ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 13% ਦਰਜ ਕੀਤਾ ਗਿਆ। ਕਿਊਬਿਕ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 61 ਦੇ ਕਰੀਬ ਮਰੀਜ਼ ਹਨ। 24 ਘੰਟਿਆਂ ਦੌਰਾਨ ਇੱਥੇ ਜਿਹੜੇ ਮਾਮਲੇ ਦਰਜ ਕੀਤੇ ਗਏ ਉਹਨਾਂ ਬਾਅਦ ਹੁਣ ਤੱਕ ਦੇ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 9,37,247 ਦੇ ਉੱਪਰ ਪਹੁੰਚ ਗਈ। ਕੋਰੋਨਾ ਵਾਇਰਸ ਦੇ ਕਾਰਨ 14,000 ਤੋਂ ਵੱਧ ਮੌਤਾਂ ਇਸ ਪ੍ਰੋਵਿੰਸ ਵਿੱਚ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਜੋ ਵੈਕਸੀਨ ਬਾਰੇ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼, 52% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਲਗਵਾ ਲਈਆਂ ਗਈਆਂ ਨੇ। ਪਹਿਲਾਂ ਦੇ ਮੁਕਾਬਲੇ ਹੁਣ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। ਬਹੁਤ ਸਾਰੇ ਅਜਿਹੇ ਸੂਬੇ ਨੇ ਜਿਨ੍ਹਾਂ ਵੱਲੋਂ ਕਾਫੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਰੂਸ ਦਾ ਟਰੂਡੋ ਖਿਲਾਫ ਵੱਡਾ ਐਕਸ਼ਨ, ਰੂਸ ਨੇ ਜਸਟਿਨ ਟਰੂਡੋ ਤੇ ਲਗਾਈ ਰੋਕ। ਇਮੀਗ੍ਰੇਸ਼ਨ ਬਾਰੇ ਆਈ ਖੁਸ਼ਖਬਰੀ, 1 ਮਹੀਨੇ ਵਿੱਚ 35,000 ਦਾ ਸਵਾਗਤ। ਘਰਾਂ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਰਿਕਾਰਡ, ਫਰਵਰੀ ਮਹੀਨੇ ਦੌਰਾਨ ਹੋਈ ਰਿਕਾਰਡ ਤੋੜ ਸੇਲ। ਕੈਨੇਡਾ ਦੀ ਪਾਰਲੀਮੈਂਟ ਵਿੱਚ ਬੋਲੇ ਯੂਕਰੇਨੀ ਰਾਸ਼ਟਰਪਤੀ, ਕੈਨੇਡਾ ਦੀ ਪਾਰਲੀਮੈਂਟ ਵਿੱਚ ਰੱਖੀ ਖਾਸ ਮੰਗ। 10 ਸਾਲ ਦੀ ਬੱਚੀ ਦੇ ਉੱਪਰ ਦਿਨ ਦਿਹਾੜੇ ਹਮਲਾ, ਪੁਲਿਸ ਨੇ ਗ੍ਰਿਫਤਾਰ ਕੀਤਾ ਵਿਅਕਤੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।